Hello everyone, I am Amarjeet from Amar PTE classes. Today I will share some important tips for reading and writing filling the blanks. ਹਾਂਜੀ reading and writing filling the blanks ਜਿਹੜਾ ਕਿ mostly students ਨੂੰ ਬਹੁਤ tough ਲੱਗਦਾ ਹੈ ਕਿ ਅਸੀਂ ਕਿਵੇਂ ਇਹਦੇ ਵਿੱਚ ਜਿਹੜੀ ਸਕੋਰਿੰਗ ਹੈ ਉਹ ਆਪਣੀ ਇੰਪਰੂਵ ਕਰਨੀ ਹੈ ਕਿਉਂਕਿ ਜਿਹੜਾ reading and writing filling the blanks ਹੈ ਉਹ ਤੁਹਾਡਾ reading section ਨੂੰ ਵੀ contribute ਕਰਦਾ ਹੈ ਤੇ plus writing section ਨੂੰ ਵੀ contribute ਕਰਦਾ ਹੈ. Reading and writing filling the blanks is the first module of the reading section and it will contribute 22 points in the reading section and 22 points in the writing section as well. Here are the some important tips for reading and writing filling the blanks. First is the time management. Time management की है कि you have only 28 minutes for the totally reading section and you can't spend more than 2.5 minutes on one paragraph. Means ਤੁਹਾਡੇ ਕੋਲ ਸਿਰਫ 2 ਤੋਂ 2.5 ਮਿੰਟ ਹੁੰਦੇ ਨੇ ਕਿ ਤੁਸੀਂ ਇੱਕ ਪੈਰਾਗ੍ਰਾਫ ਤੇ ਸਪੈਂਡ ਕਰ ਸਕਦੇ ਹੋ. ਅਗਰ ਤੁਸੀਂ 3 ਜਾਂ 4 ਮਿੰਟ ਇੱਕ ਪੈਰਾਗ੍ਰਾਫ ਤੇ ਸਪੈਂਡ ਕਰ ਰਹੇ ਹੋ ਇਨ ਕੇਸ ਆਫ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਤਾਂ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਰੀਡਿੰਗ ਦੇ ਕੁਝ ਇੰਪੋਰਟੈਂਟ ਮੋਡਿਊਲਸ ਨੇ ਜਿਵੇਂ ਕਿ ਰੀਡਿੰਗ ਬਲੈਂਕਸ ਹੋ ਗਿਆ ਜਾਂ ਰੀਆਰਡਰ ਪੈਰਾਗ੍ਰਾਫਸ ਹੋ ਗਿਆ. ਸੋ ਤੁਸੀਂ ਆਪਣੇ ਟਾਈਮ ਨੂੰ ਬਿਲਕੁਲ ਮੈਨੇਜ ਕਰਕੇ ਚੱਲਣਾ ਹੈ. ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਨੀ ਹੈ ਕਿ ਤੁਸੀਂ ਸਿਰਫ 2 ਮਿੰਟ ਜਾਂ 2.5 ਮਿੰਟ ਹੀ ਇੱਕ ਪੈਰਾਗ੍ਰਾਫ ਤੇ ਸਪੈਂਡ ਕਰੋ. ਨੈਕਸਟ ਇਜ਼ ਦੀ ਸਕੈਨਿੰਗ. ਸਕੈਨਿੰਗ ਕੀ ਹੈ ਕਿ ਜਦੋਂ ਵੀ ਤੁਹਾਡੇ ਸਕਰੀਨ ਤੇ ਕੋਈ ਪੈਰਾਗ੍ਰਾਫ ਆਉਂਦਾ ਹੈ ਤਾਂ ਤੁਸੀਂ ਉਸ ਪੈਰਾਗ੍ਰਾਫ ਨੂੰ ਇੱਕ ਵਾਰ ਰੀਡ ਕਰਨਾ ਹੈ. ਰੀਡ ਕਰਕੇ ਤੁਸੀਂ ਇੱਕ ਇੰਟਰੋਡਕਸ਼ਨ ਲੈਣੀ ਹੈ ਕਿ ਜਿਹੜਾ ਪੈਰਾਗ੍ਰਾਫ ਹੈਗਾ ਉਹ ਕਿਸ ਬਾਰੇ ਹੈ, ਐਕਚੁਅਲ 'ਚ ਕਿਸ ਕੌਨਟੈਕਸਟ ਦੀ ਗੱਲ ਹੋ ਰਹੀ ਹੈ. ਥਰਡ ਇਜ਼ ਦੀ ਅੰਡਰਸਟੈਂਡ ਦੀ ਕੌਨਟੈਕਸਟ. ਮੀਨ ਤੁਸੀਂ ਉਸ ਕੌਨਟੈਕਸਟ ਨੂੰ ਅੰਡਰਸਟੈਂਡ ਕਰਨਾ ਹੈ ਕਿ ਜਦੋਂ ਵੀ ਤੁਸੀਂ ਪੈਰਾਗ੍ਰਾਫ ਨੂੰ ਰੀਡ ਕਰ ਰਹੇ ਹੋ ਤਾਂ ਉਸ ਦੇ ਵਿੱਚ ਜਿਹੜੀ ਟੈਂਸ ਦੀ ਗੱਲ ਹੋ ਰਹੀ ਹੈ, ਵਰਬ ਦੀ ਕਿਹੜੀ ਫਾਰਮ ਦੀ ਗੱਲ ਹੋ ਰਹੀ ਹੈ, ਫਸਟ ਫਾਰਮ ਆਫ ਵਰਬ ਹੈ ਜਾਂ ਸੈਕਿੰਡ ਫਾਰਮ ਹੈ ਜਾਂ ਥਰਡ ਫਾਰਮ ਆਫ ਵਰਬ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਹੈ. ਪਲੱਸ ਜੇ ਤੁਹਾਡੇ ਕੋਲ ਲੱਗ ਰਿਹਾ ਕਿ ਜੋ ਬਿਫੋਰ ਬਲੈਂਕਸ ਆਫਟਰ ਬਲੈਂਕਸ ਦੀ ਕੋਈ ਪ੍ਰੈਪੋਜੀਸ਼ਨ ਹੈਗਾ, ਕੋਈ ਨਾਊਨ ਹੈ, ਐਡਵਰਬ ਜਾਂ ਐਡਜੈਕਟਿਵ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਹੈ. ਤੇ ਪਲੱਸ ਜਿਹੜੇ ਤੁਹਾਡੇ ਮੀਨਿੰਗਸ ਨੇ, ਜਿਹੜੀਆਂ ਤੁਹਾਡੀਆਂ ਪੈਰਾਗ੍ਰਾਫ ਦੇ ਵਿੱਚ ਕੌਨਟੈਕਸਟ ਯੂਜ਼ ਹੋ ਰਿਹਾ ਉਸ ਦੇ ਵਿੱਚ ਕਿਵੇਂ ਦੇ ਵਰਡਸ ਦਾ ਯੂਜ਼ ਹੋ ਰਿਹਾ, ਤੇ ਪਲੱਸ ਤੁਸੀਂ ਕਿਹੜੀਆਂ ਬਲੈਂਕਸ ਤੁਹਾਨੂੰ ਈਜ਼ੀ ਲੱਗ ਰਹੀਆਂ ਨੇ ਕਿਉਂਕਿ ਤੁਸੀਂ ਉਸੀ ਦੇ ਅਕੋਰਡਿੰਗ ਫਿਲਿੰਗ ਕਰਨੀ ਹੈ ਕਿਉਂਕਿ ਇਸ ਮੋਡਿਊਲ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ. ਥਰਡ ਇਜ਼ ਫਾਈਂਡ ਆਊਟ ਦੀ ਮਿਸਿੰਗ ਪਾਰਟਸ ਆਫ ਦੀ ਸਪੀਚ. ਇਹ ਬਹੁਤ ਹੀ ਇੰਪੋਰਟੈਂਟ ਪਾਰਟ ਹੈ. ਮਿਸਿੰਗ ਪਾਰਟ ਆਫ ਸਪੀਚ ਜਿਵੇਂ ਕਿ ਮੈਂ ਤੁਹਾਡੇ ਨਾਲ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਪਾਰਟਸ ਆਫ ਸਪੀਚ ਜਿਹੜਾ ਹੈਗਾ ਉਹ 8 ਟਾਈਪਸ ਦਾ ਹੁੰਦਾ ਹੈ. ਸੋ ਤੁਸੀਂ ਉੱਥੇ ਆਇਡੈਂਟੀਫਾਈ ਕਰਨਾ ਹੈ ਕਿ ਜਿਵੇਂ ਕਿਤੇ ਨਾਊਨ ਮਿਸਿੰਗ ਹੈਗਾ, ਪਲੱਸ ਕਿਤੇ ਐਡਜੈਕਟਿਵ ਮਿਸਿੰਗ ਹੈਗਾ. ਐਡਜੈਕਟਿਵ ਕੀ ਕਰਦਾ ਕਿ ਨਾਊਨ ਔਰ ਪ੍ਰਨਾਊਨ ਦੇ ਵਿੱਚ ਕੁਝ ਮੀਨਿੰਗ ਨੂੰ ਐਡ ਕਰਦਾ, ਉਹਨੂੰ ਸਪੈਸੀਫਾਈ ਕਰਦਾ ਹੈ. ਤੇ ਕਿਤੇ ਕਿਸੇ ਵਰਬ ਦੀ ਗੱਲ ਹੋ ਰਹੀ ਹੈ, ਵਰਬ ਮਤਲਬ ਕਿਹੜੇ ਟੈਂਸ ਦੀ ਗੱਲ ਹੋ ਰਹੀ ਹੈ, ਉੱਥੇ ਕੋਈ ਐਕਸ਼ਨ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਸਟੇਟ ਦੀ ਗੱਲ ਹੋ ਰਹੀ ਹੈ, ਤੁਸੀਂ ਉਸ ਚੀਜ਼ ਨੂੰ ਆਇਡੈਂਟੀਫਾਈ ਕਰਨਾ ਹੈ. ਤੇ ਕਿਤੇ ਐਡਵਰਬ ਕੀ ਹੋਏਗਾ ਕਿ ਜਿਹੜਾ ਐਡਵਰਬ ਹੈਗਾ ਉਹ ਮੀਨਿੰਗ ਆਫ ਵਰਬ ਦੇ ਵਿੱਚ ਕੁਝ ਐਡ ਕਰੇਗਾ. ਫੋਰ ਐਗਜ਼ਾਮਪਲ ਕੋਈ ਵੈਰੀ ਦੀ ਗੱਲ ਹੋ ਰਹੀ ਹੈ ਜਾਂ ਕੁਝ ਵੀ ਐਨ ਜਾਂ ਸਮ ਜਾਂ ਕੁਇਕਲੀ ਹੋ ਗਿਆ, ਤਾਂ ਉਸ ਚੀਜ਼ ਨੂੰ ਅਗਰ ਉਹ ਐਡ ਔਨ ਕਰ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਵੀ ਆਇਡੈਂਟੀਫਾਈ ਕਰ ਸਕਦੇ ਹੋ. ਉਸ ਤੋਂ ਬਾਅਦ ਪ੍ਰੈਪੋਜੀਸ਼ਨਸ ਬਹੁਤ ਯੂਜ਼ ਹੁੰਦੀਆਂ ਨੇ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ. ਕਈ ਵਾਰ ਆਪਣੇ ਕੋਲੋਂ ਪਹਿਲਾਂ ਬਲੈਂਕ ਦੇ ਪਹਿਲਾਂ ਜਿਹੜੀ ਪ੍ਰੈਪੋਜੀਸ਼ਨ ਹੋਏਗੀ, ਮੰਨ ਲਓ ਟੂ ਹੋ ਗਿਆ, ਤਾਂ ਉਸ ਤੋਂ ਬਾਅਦ ਤੁਹਾਨੂੰ ਈਜ਼ਲੀ ਪਤਾ ਲੱਗ ਜਾਂਦਾ ਕਿ ਪ੍ਰੈਪੋਜੀਸ਼ਨ ਤੋਂ ਬਾਅਦ ਜਿਹੜੀ ਗੱਲ ਹੋਏਗੀ ਉਹ ਫਸਟ ਫਾਰਮ ਆਫ ਵਰਬ ਯੂਜ਼ ਹੋਏਗੀ. ਸੋ ਤੁਸੀਂ ਫਸਟ ਫਾਰਮ ਆਫ ਵਰਬ ਨੂੰ ਆਇਡੈਂਟੀਫਾਈ ਈਜ਼ਲੀ ਕਰ ਸਕਦੇ ਹੋ. ਉਸ ਤੋਂ ਬਾਅਦ ਆਉਂਦਾ ਹੈ ਕਿਤੇ ਕੰਜੰਕਸ਼ਨਸ ਯੂਜ਼ ਹੋ ਰਹੀਆਂ ਨੇ, ਮਤਲਬ ਐਂਡ ਯੂਜ਼ ਹੋ ਰਿਹਾ ਹੈ ਤਾਂ ਬਟ ਯੂਜ਼ ਹੋ ਰਿਹਾ ਹੈ ਜਾਂ ਫਿਰ ਇੰਟਰਜੈਕਸ਼ਨਸ ਯੂਜ਼ ਹੋ ਰਿਹਾ, ਤਾਂ ਇਸ ਤਰ੍ਹਾਂ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਪਾਰਟਸ ਆਫ ਸਪੀਚ ਨੂੰ ਅਗਰ ਤੁਸੀਂ ਅੰਡਰਸਟੈਂਡ ਕਰ ਰਹੇ ਹੋ ਕਿ ਕੌਨਟੈਕਸਟ ਦੇ ਵਿੱਚ ਕਿਸ ਬਾਰੇ ਗੱਲ ਹੋ ਰਹੀ ਹੈ. Next is the knowledge of grammar. It is very important part of reading and writing filling the blanks. Means for example ਤੁਹਾਡੇ ਕੋਲ have, has, had ਹੈਗਾ ਤਾਂ ਤੁਸੀਂ ਉੱਥੇ use ਕਰਨਾ third form of the verb like displayed and elaborated. ਅਗਰ ਤੁਹਾਡੇ ਕੋਲ ਹੈ do, does, did ਤਾਂ ਤੁਸੀਂ present form of verb ਚੱਕਣੀ ਹੈ, means first form of the verb plus ਉਹਦੇ ਨਾਲ ਜਿਹੜੀ ਤੁਹਾਡੀ verb ਆਏਗੀ ਉਹ first form ਆਏਗੀ like make, break. ਉਸ ਤੋਂ ਬਾਅਦ ਹੈਗਾ ਕਿ ਜੇ ਤੁਹਾਡੇ ਕੋਲ ਕਿਸੇ ਪਲੂਰਲ ਦੀ ਗੱਲ ਹੋ ਰਹੀ ਹੈ ਤਾਂ ਉਹਦੇ ਨਾਲ ਤੁਸੀਂ ਫਸਟ ਫਾਰਮ ਆਫ ਵਰਬ ਲੈਣਾ ਹੈ. ਤੇ ਪਲੱਸ ਉਹਦੇ ਵਿੱਚ ਕੀ ਹੁੰਦਾ ਕਿ ਜਿੱਥੇ ਇਜ਼, ਐਮ, ਆਰ ਹੋ ਗਿਆ ਉਹਦੇ ਨਾਲ ਤੁਹਾਡੀ ING ਯੂਜ਼ ਹੋਏਗੀ ਤੇ ਫਸਟ ਫਾਰਮ ਆਫ ਵਰਬ ਯੂਜ਼ ਹੋਏਗੀ. ਤੇ ਸਮ ਟਾਈਮ ਉੱਤੇ ਸਾਡੇ ਨਾਲ ਥਰਡ ਫਾਰਮ ਆਫ ਵਰਬ ਵੀ ਯੂਜ਼ ਹੋ ਸਕਦੀ ਹੈ. ਸੋ ਤੁਸੀਂ ਐਕਟਿਵ ਔਰ ਪੈਸਿਵਸ ਨੂੰ ਆਇਡੈਂਟੀਫਾਈ ਕਰ ਸਕਦੇ ਹੋ. ਉਸ ਤੋਂ ਬਾਅਦ ਸਾਡੇ ਕੋਲ ਗੱਲ ਆਉਂਦੀ ਹੈ ਨੌਲੇਜ ਆਫ ਵੋਕੈਬਲਰੀ
ਕਿਉਂਕਿ ਨੌਲੇਜ ਆਫ ਵੋਕੈਬਲਰੀ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜਿਹੜੇ ਸਿਨੋਨਿਮਸ ਪਤਾ ਹੋਣੇ ਚਾਹੀਦੇ ਆ। ਪਾਰਟਿਕੂਲਰ ਜਿਹੜਾ ਇੱਕ ਵਰਡ ਹੈਗਾ ਤਾਂ ਉਹਦਾ ਸਿਨੋਨਿਮ ਕੀ ਹੈਗਾ, ਉਹਦੇ ਦੂਜੇ ਵਰਡਸ ਕੀ ਹੋ ਸਕਦੇ ਨੇ। ਸੋ ਇਹ ਚੀਜ਼ ਤੁਹਾਨੂੰ ਜ਼ਰੂਰ ਆਉਣੀ ਚਾਹੀਦੀ ਹੈ। ਸੋ ਤੁਸੀਂ ਜਦੋਂ ਵੀ ਬਲੈਂਕਸ ਨੂੰ ਕਰਦੇ ਹੋ, ਕਿਉਂਕਿ ਤੁਹਾਡੀਆਂ ਬਲੈਂਕਸ ਇੱਕ ਦਿਨ ਦੇ ਵਿੱਚ ਕਦੀ ਵੀ ਇੰਪਰੂਵ ਨਹੀਂ ਹੋ ਸਕਦੀਆਂ, ਸੋ ਜਦੋਂ ਤੁਸੀਂ ਬਲੈਂਕਸ ਨੂੰ ਕਰ ਰਹੇ ਹੋ ਤਾਂ ਉੱਥੇ ਤੁਸੀਂ ਆਪਣੀ ਵੋਕੈਬਲਰੀ ਦੀ ਲਿਸਟ ਬਣਾ ਸਕਦੇ ਹੋ ਜਿਹੜੀ ਬਾਰ-ਬਾਰ ਯੂਜ਼ ਹੋ ਰਹੀ ਹੈ ਜਾਂ ਜਿਹੜੇ ਤੁਹਾਨੂੰ ਵਰਡਸ ਡਿਫਰੈਂਟ ਲੱਗ ਰਹੇ ਨੇ, ਤਾਂ ਕਿ ਤੁਸੀਂ ਜਦੋਂ ਬਾਅਦ ਦੇ ਵਿੱਚ ਅਟੈਂਪਟ ਕਰੋ ਤਾਂ ਤੁਹਾਨੂੰ ਈਜ਼ਲੀ ਪਤਾ ਹੋਵੇ ਕਿ ਇਹ ਬਲੈਂਕ ਕਿੱਥੇ ਫਿਟ ਹੋ ਸਕਦੀ ਹੈ। ਨੈਕਸਟ ਇਜ਼ ਦੀ ਨੌਲੇਜ ਆਫ ਕੋਲੋਕੇਸ਼ਨਸ। ਵੈਸੇ ਤਾਂ PTE ਦੀ ਆਪਣੀ ਵੀ ਕੋਲੋਕੇਸ਼ਨ ਲਿਸਟ ਹੈ, ਤੁਸੀਂ ਪੀਅਰਸਨ ਵੈਬਸਾਈਟ 'ਤੇ ਜਾ ਕੇ ਉੱਤੇ ਕੋਲੋਕੇਸ਼ਨ ਦੀ ਪੂਰੀ ਲਿਸਟ ਡਾਊਨਲੋਡ ਕਰ ਸਕਦੇ ਹੋ। ਪਲੱਸ ਤੁਸੀਂ ਵੈਸੇ ਵੀ ਤੁਹਾਨੂੰ ਕੋਲੋਕੇਸ਼ਨਸ ਪਤਾ ਹੋਣੀਆਂ ਚਾਹੀਦੀਆਂ ਕਿ ਤੁਸੀਂ ਕਿਹੜੀ ਕੋਲੋਕੇਸ਼ਨ ਕਿੱਥੇ ਯੂਜ਼ ਕਰਨੀ ਹੈ। ਕੋਲੋਕੇਸ਼ਨਸ ਕਿਵੇਂ ਹੁੰਦਾ ਕਿ ਗਰੁੱਪਿੰਗ ਆਫ ਵਰਡਸ ਹੁੰਦਾ ਹੈ, ਐਡਵਰਬ ਪਲੱਸ ਵਰਬ, ਦੈਨ ਵਰਬ ਪਲੱਸ ਨਾਊਨ, ਨਾਊਨ ਪਲੱਸ ਵਰਬ, ਦੈਨ ਨਾਊਨ ਪਲੱਸ ਨਾਊਨ ਐਂਡ ਐਡਜੈਕਟਿਵ ਪਲੱਸ ਨਾਊਨ, ਉਸ ਤੋਂ ਬਾਅਦ ਆਉਂਦਾ ਹੈ ਐਡਵਰਬ ਪਲੱਸ ਐਡਜੈਕਟਿਵ। ਸੋ ਇਹ ਤਾਂ ਕੋਲੋਕੇਸ਼ਨ ਦੀ ਵੈਸੇ ਲਿਸਟ ਹੈਗੀ ਹੈ ਇੰਗਲਿਸ਼ ਦੀ। ਪਲੱਸ PTE ਦੀ ਵੀ ਕੋਲੋਕੇਸ਼ਨ ਦੀ ਲਿਸਟ ਹੈਗੀ ਹੈ। ਸੋ ਕਈ ਬੱਚੇ ਕੀ ਕਰਦੇ ਨੇ ਕਿ ਉਹ ਰੱਟਾ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕੋਲੋਕੇਸ਼ਨਸ ਨੂੰ ਰੱਟਾ ਮਾਰ ਲਾਂਗੇ, ਬਟ ਅਗਰ ਤੁਸੀਂ ਸਮਝ ਕੇ ਕਰੋਗੇ ਤਾਂ ਉਹ ਜ਼ਿਆਦਾ ਬੈਟਰ ਹੋਏਗਾ, ਕਿਉਂਕਿ ਰੱਟਾ ਤੁਸੀਂ ਨਹੀਂ ਮਾਰ ਸਕਦੇ। ਮਤਲਬ ਇੰਨਾ ਈਜ਼ੀ ਨਹੀਂ ਹੈਗਾ ਕਿ ਤੁਸੀਂ ਉਹਨੂੰ ਰੱਟ ਲਓ ਅਤੇ ਤੁਹਾਨੂੰ ਫਾਈਨਲ ਦੇ ਵਿੱਚ ਉਹ ਐਜ਼ ਇਟ ਇਜ਼ ਤੁਹਾਡੇ ਸਾਹਮਣੇ ਆਉਣਗੇ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਨੈਕਸਟ ਹੈਗਾ ਐਲੀਮੀਨੇਸ਼ਨ ਸਟ੍ਰੈਟਜੀ। ਇਹ ਵੀ ਬਹੁਤ ਇੰਪੋਰਟੈਂਟ ਸਟ੍ਰੈਟਜੀ ਹੈ, ਕਿਉਂਕਿ ਜਦੋਂ ਵੀ ਤੁਸੀਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਕਰਦੇ ਹੋ, ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲਸ ਵੀ ਕਰਾਂਗੀ ਕੁਝ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਕੁਝ ਵਰਡਸ ਨੇ, ਫੋਰ ਐਗਜ਼ਾਮਪਲ ਤੁਹਾਡੇ ਕੋਲ 4 ਆਪਸ਼ਨਸ ਨੇ, ਤਾਂ ਉਹਦੇ ਵਿੱਚੋਂ ਕਈ ਵਾਰ ਕੀ ਹੁੰਦਾ ਕਿ 2 ਜਾਂ 3 ਆਪਸ਼ਨਸ ਐਵੇਂ ਦੀਆਂ ਹੁੰਦੀਆਂ ਨੇ, ਮੋਸਟਲੀ 2 ਤਾਂ ਐਵੇਂ ਦੀਆਂ ਹੁੰਦੀਆਂ ਹੀ ਨੇ ਕਿ ਤੁਸੀਂ ਉਹ ਕਿਤੇ ਵੀ ਮਤਲਬ ਤੁਹਾਨੂੰ ਕਿਸੇ ਵੀ ਸੈਂਸ ਵਿੱਚ ਨਹੀਂ ਲੱਗਦਾ ਕਿ ਤੁਸੀਂ ਉਹਨਾਂ ਨੂੰ ਫਿਟ ਕਰ ਲੋਗੇ। ਕਿਉਂਕਿ ਜਦੋਂ ਵੀ ਤੁਸੀਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਅਟੈਂਪਟ ਕਰਦੇ ਹੋ ਤਾਂ ਤੁਸੀਂ ਉੱਥੇ ਇੱਕ ਫੋਰਮ ਉਹਨੂੰ ਬਲੈਂਕ ਨੂੰ ਲਗਾ ਕੇ ਚੈੱਕ ਕਰ ਸਕਦੇ ਹੋ ਕਿ ਇਹਦੇ ਨਾਲ ਤੁਹਾਡੇ ਜਿਹੜਾ ਸੈਂਟੈਂਸ ਹੈ ਉਹਦੀ ਕੋਈ ਸੈਂਸ ਬਣ ਰਹੀ ਹੈ ਜਾਂ ਨਹੀਂ ਬਣ ਰਹੀ। ਬਟ ਫਾਈਨਲ ਦੇ ਵਿੱਚ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਇੱਕ ਬਲੈਂਕ ਲਗਾਓ ਅਤੇ ਫਿਰ ਉਸ ਸੈਂਟੈਂਸ ਨੂੰ ਰੀਡ ਕਰੋ, ਫਿਰ ਉਹਨੂੰ ਅੰਡਰਸਟੈਂਡ ਕਰੋ। ਸੋ ਬੈਟਰ ਹੈ ਕਿ ਤੁਸੀਂ ਉਹਨਾਂ 4 ਆਪਸ਼ਨਸ ਦੇ ਵਿੱਚੋਂ ਹੀ ਪਹਿਲਾਂ ਇੱਕ ਐਵੇਂ ਦੀ ਚੂਜ਼ ਕਰ ਲਓ ਕਿ 1 ਜਾਂ 2 ਕਿ ਉਹ ਕਿਤੇ ਵੀ ਤੁਹਾਡੀ ਸਟ੍ਰੈਟਜੀ ਦੇ ਵਿੱਚ ਨਹੀਂ ਆ ਰਹੀਆਂ, ਮਤਲਬ ਉਹਦੇ ਨਾਲ ਤੁਹਾਡਾ ਜਿਹੜਾ ਕੰਟੈਕਸਟ ਹੈ ਉਹਨੂੰ ਤੁਸੀਂ ਅੰਡਰਸਟੈਂਡ ਨਹੀਂ ਕਰ ਸਕਦੇ। Next is fill out the easy one first. Means first you have to scan the paragraph, then understand the context and use your knowledge of grammar, vocabulary and the collocation, then try to find out the easy one blanks first. Means ਤੁਸੀਂ ਪਹਿਲਾਂ ਜਿਹੜੀਆਂ easy blanks ਨੇ ਉਹਨਾਂ ਨੂੰ fill ਕਰਨਾ ਹੈ, ਕਿਉਂਕਿ ਜਿਹੜੀਆਂ difficult ਹੈ ਉਹਨੂੰ ਤੁਸੀਂ ਬਾਅਦ ਦੇ ਵਿੱਚ ਵੀ ਕਰ ਸਕਦੇ ਹੋ, but ਤੁਸੀਂ ਹਰ blank ਨੂੰ attempt ਕਰਨਾ ਹੈ because there is no negative marking. So attempt every blank, even in case if you don't know the answer, then attempt it. ਨੈਕਸਟ ਹੈਗਾ ਐਜ਼ ਸੱਚ ਜਿਹੜਾ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਹੈ ਉਹਦਾ ਕੋਈ ਟ੍ਰਿਕ ਨਹੀਂ ਹੈਗਾ, ਕਿਉਂਕਿ ਤੁਸੀਂ ਸੁਣਿਆ ਹੋਏਗਾ ਕਿ PTE ਦੇ ਵਿੱਚ ਬਹੁਤ ਸਾਰੇ ਟ੍ਰਿਕਸ ਕੰਮ ਕਰਦੇ ਨੇ, ਬਟ ਰੀਡਿੰਗ ਸੈਕਸ਼ਨ ਦੇ ਵਿੱਚ ਤੁਹਾਡਾ ਕੋਈ ਵੀ ਟ੍ਰਿਕ ਕੰਮ ਨਹੀਂ ਕਰੇਗਾ। ਮਤਲਬ ਟ੍ਰਿਕ ਇਨ ਦੀ ਸੈਂਸ ਕਿ ਤੁਸੀਂ ਸੋਚ ਰਹੇ ਹੋ ਕਿ ਜੇ ਮੈਂ ਸਹੀ ਨਹੀਂ ਫਿਲ ਕੀਤੀ ਤਾਂ ਮੈਂ ਗਲਤ ਫਿਲ ਕਰਦਾ ਤਾਂ ਮੈਨੂੰ ਨੰਬਰ ਮਿਲ ਜਾਣਗੇ। ਸੋ ਐਵੇਂ ਦਾ ਕੁਛ ਨਹੀਂ ਹੈਗਾ। ਇਹਦਾ ਟ੍ਰਿਕ ਸਿਰਫ ਇੰਨਾ ਹੀ ਹੈਗਾ ਕਿ ਪ੍ਰੈਕਟਿਸ ਇਜ਼ ਦੀ ਕੀ ਟੂ ਸਕਸੈਸ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਹੋ ਇਹਦੇ ਵਿੱਚ ਤਾਂ ਤੁਹਾਨੂੰ 20 ਪੈਰਾਗ੍ਰਾਫਸ ਰੋਜ਼ ਕਰਨੇ ਚਾਹੀਦੇ ਨੇ, ਬਟ ਉਹ ਪੈਰਾਗ੍ਰਾਫਸ ਦਾ ਤੁਸੀਂ ਰੱਟਾ ਨਹੀਂ ਮਾਰਨਾ, ਉਹਨੂੰ ਅੰਡਰਸਟੈਂਡ ਕਰਨਾ ਹੈ ਕਿ ਇਹਦੇ ਵਿੱਚ ਤੁਸੀਂ ਕਿਵੇਂ ਆਪਸ਼ਨਸ ਨੂੰ ਚੂਜ਼ ਕਰਨਾ ਹੈ। ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ 10 ਮਿੰਟ ਲੱਗ ਸਕਦੇ ਨੇ ਇੱਕ ਬਲੈਂਕ 'ਤੇ, ਬਟ ਜਦੋਂ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤਾਂ ਤੁਹਾਡਾ 2 ਜਾਂ 3 ਮਿੰਟ ਦੇ ਵਿੱਚ ਇੱਕ ਪੈਰਾਗ੍ਰਾਫ ਆਰਾਮ ਨਾਲ ਹੋ ਜਾਏਗਾ। So practice is the key to success and make habit of reading that will make the task easy. ਜੋ ਤੁਹਾਨੂੰ ਈਜ਼ੀ ਲੱਗਦਾ ਪੜ੍ਹਨ ਨੂੰ, ਜੋ ਤੁਹਾਡੀ ਹੈਬਿਟ ਹੈ, ਜਿਹੜੀਆਂ ਚੀਜ਼ਾਂ ਤੁਸੀਂ ਪਸੰਦ ਕਰਦੇ ਹੋ ਕਿ ਮੈਨੂੰ ਇਸ ਚੀਜ਼ ਦੀ ਰੀਡਿੰਗ ਨਾਲ ਮਤਲਬ ਮੇਰਾ ਇੰਟਰਸਟਿੰਗ ਹੈ, ਮੇਰਾ ਇੰਟਰਸਟ ਬਣਦਾ ਹੈ, ਤਾਂ ਤੁਸੀਂ ਉਹ ਬੁੱਕਸ ਨੂੰ ਰੀਡ ਕਰਨਾ ਹੈ, ਨਿਊਜ਼ਪੇਪਰ ਰੀਡ ਕਰਨਾ ਹੈ, sciencedirect.com 'ਤੇ ਆਰਟੀਕਲਸ ਨੇ ਉਹ ਵੀ ਤੁਸੀਂ ਰੀਡ ਕਰ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਵੋਕੈਬਲਰੀ ਹੈ ਉਹ ਵੀ ਇੰਪਰੂਵ ਹੋਈ। ਸੋ ਇੱਥੇ ਮੈਂ ਇੱਕ ਐਗਜ਼ਾਮਪਲ ਲਿਆ, AP ਯੂਨੀ ਤੋਂ ਹੀ ਲਿਆ ਮੈਂ ਐਗਜ਼ਾਮਪਲ। ਸੋ ਜਦੋਂ ਵੀ ਤੁਸੀਂ AP ਯੂਨੀ ਤੋਂ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੇ ਕੋਲ ਜਿਹੜੀਆਂ ਬਲੈਂਕਸ ਗਿਵਨ ਹੁੰਦੀਆਂ ਨੇ ਜਾਂ ਜਿਹੜੇ ਵੀ ਸਾਰੇ ਕੁਐਸਚਨਸ ਗਿਵਨ ਹੁੰਦੇ ਨੇ ਤਾਂ ਉਹਦੇ ਵਿੱਚ ਤੁਹਾਡੇ ਕੋਲ ਆਲ ਵੀਕਲੀ ਪ੍ਰੈਡਿਕਸ਼ਨ ਐਂਡ ਨਵੰਬਰ ਪ੍ਰੈਡਿਕਸ਼ਨਸ ਗਿਵਨ ਹੁੰਦੇ ਨੇ।
ਸੋ ਜਦੋਂ ਵੀ ਤੁਸੀਂ ਪ੍ਰੈਡਿਕਸ਼ਨਸ ਕਰਨੀਆਂ ਨੇ, ਜਿਵੇਂ ਤੁਸੀਂ ਨਵੰਬਰ ਦੇ ਵਿੱਚ ਆਪਣਾ ਐਗਜ਼ਾਮ ਫਿਲ ਕਰ ਰਹੇ ਹੋ ਤਾਂ ਤੁਸੀਂ ਨਵੰਬਰ ਪ੍ਰੈਡਿਕਸ਼ਨ ਸਾਰੀਆਂ ਕਰਕੇ ਜਾਣੀਆਂ ਨੇ, ਪਲੱਸ ਤੁਸੀਂ ਵੀਕਲੀ ਪ੍ਰੈਡਿਕਸ਼ਨਸ ਵੀ ਕਰਨੀਆਂ ਨੇ, ਕਿਉਂਕਿ ਵੈਸੇ ਤਾਂ ਇਹ ਆਲਮੋਸਟ ਰਿਪੀਟਡ ਹੁੰਦੀਆਂ ਨੇ, ਬਟ ਤੁਸੀਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਾਂਦੇ ਹੋਏ ਦੇਖ ਕੇ ਜਾਣਾ ਹੈ ਕਿ ਐਕਚੁਅਲ 'ਚ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਫਾਈਨਲ ਦੇ ਵਿੱਚ ਇਹਦੇ ਵਿੱਚੋਂ ਕੁਐਸਚਨਸ ਰਿਪੀਟ ਹੁੰਦੇ ਨੇ। ਸੋ ਮੈਂ ਨਵੰਬਰ ਪ੍ਰੈਡਿਕਸ਼ਨ ਤੋਂ ਸਟਾਰਟ ਕਰ ਰਹੀ ਹਾਂ। ਜਿਵੇਂ ਆਪਾਂ ਫਸਟ ਕਰਦੇ ਹਾਂ, ਰਿਕਰੂਟਮੈਂਟ ਟੂਲ ਹੈਗਾ। ਸੋ ਜਿਹੜੀ ਮੈਂ ਤੁਹਾਨੂੰ ਫਰਸਟ ਸਟ੍ਰੈਟਜੀ ਦੱਸੀ ਸੀਗੀ ਉਹ ਸੀਗਾ ਕਿ ਤੁਸੀਂ ਪਹਿਲਾਂ ਪੈਰਾਗ੍ਰਾਫ ਨੂੰ ਸਕੈਨ ਕਰਨਾ ਹੈ ਅਤੇ ਪਲੱਸ ਤੁਸੀਂ ਕੰਟੈਕਸਟ ਨੂੰ ਅੰਡਰਸਟੈਂਡ ਕਰਨਾ ਹੈ ਕਿ ਕਿਸ ਬਾਰੇ ਗੱਲ ਹੋ ਰਹੀ ਹੈ। ਸੋ ਜੇ ਆਪਾਂ ਇਸ ਪੈਰਾਗ੍ਰਾਫ ਦੀ ਗੱਲ ਕਰਦੇ ਹਾਂ ਤਾਂ ਇੱਥੇ ਆਪਣੇ ਕੋਲ ਰਿਕਰੂਟਮੈਂਟ ਟੂਲ ਦੀ ਗੱਲ ਹੋ ਰਹੀ ਹੈ, ਬਟ ਫਾਈਨਲ ਦੇ ਵਿੱਚ ਜਦੋਂ ਤੁਸੀਂ ਕਰੋਗੇ ਤਾਂ ਉੱਥੇ ਪੈਰਾਗ੍ਰਾਫ ਦਾ ਨਾਮ ਤੁਹਾਡੇ ਕੋਲ ਗਿਵਨ ਨਹੀਂ ਹੋਏਗਾ। ਸੋ ਤੁਸੀਂ ਆਪਣੇ ਆਪ ਮਤਲਬ ਪਤਾ ਕਰਨਾ ਹੈ ਕਿ ਉਹਦੇ ਵਿੱਚ ਕਿਸ ਰਿਗਾਰਡਿੰਗ ਗੱਲ ਹੋ ਰਹੀ ਹੈ। ਸੋ ਫਸਟ ਹੈਗਾ ਦੀ 6 ਪ੍ਰੋਗਰਾਮਸ। ਪਹਿਲਾਂ ਆਪਾਂ ਇਹਨੂੰ ਰੀਡ ਕਰਦੇ ਹਾਂ ਅਤੇ ਅੰਡਰਸਟੈਂਡ ਕਰਦੇ ਹਾਂ। ਵੈਸੇ ਆਪਾਂ ਨੂੰ ਪਤਾ ਤੇ ਲੱਗ ਗਿਆ ਕਿ ਇੱਥੇ ਰਿਕਰੂਟਮੈਂਟ ਟੂਲ ਦੀ ਗੱਲ ਹੋ ਰਹੀ ਹੈ। So the 6 programs represented here report that word of mouth is by far their most effective recruitment tool, particularly because it typically yields candidates who are similar to previously successful candidates. Means ਇੱਥੇ ਗੱਲ ਹੋ ਰਹੀ ਹੈ word of mouth. Moreover, satisfied candidates and school systems are likely to. Now to ਸਾਡੀ ਇੱਥੇ preposition ਹੋਗੀ। So preposition ਦੇ ਨਾਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ first form of verb ਆਏਗੀ, then the word without any special dash on the part of their program. Other less personal advertising approaches such as radio and television spots and local newspaper advertisements have also proven fruitful dash for newer programs. New York uses a print advertising campaign to inspire dissatisfied professionals to become teachers. Subway posters send provocative dash to burned out or disillusioned professionals. Tired of diminishing returns, invest in NYC Kids was just one of many Madison Avenue inspired invitations. News coverage has also proven to be a dash to alternative programs. So वैसे अपने कोल blanks ਇੱਥੇ ਤੱਕ ਹੀ ਨੇ, ਸੋ ਤੁਸੀਂ ਇੱਥੇ ਤੱਕ ਵੀ ਰੀਡ ਕਰ ਸਕਦੇ ਹੋ। ਬਟ ਕੀ ਹੁੰਦਾ ਕਿ ਕਈ ਵਾਰ ਜਿਹੜੀ ਬਲੈਂਕ ਹੈਗੀ ਆ ਉਹਦਾ ਜਿਹੜਾ ਆਨਸਰ ਹੈ ਉਹ ਅਗਲੀ ਲਾਈਨ ਦੇ ਵਿੱਚ ਪਿਆ ਹੁੰਦਾ ਹੈ। ਸੋ ਆਪਾਂ ਸਾਰਾ ਹੀ ਪੈਰਾਗ੍ਰਾਫ ਇੱਕ ਵਾਰ ਤਾਂ ਰੀਡ ਕਰਨਾ ਹੈ, ਕਿਉਂਕਿ ਜਦੋਂ ਆਪਾਂ ਆਪਸ਼ਨਸ ਫਿਲ ਕਰਦੇ ਹਾਂ ਤਾਂ ਅੱਗੇ ਪਿੱਛੇ ਵੀ ਦੇਖਦੇ ਹਾਂ, ਮਤਲਬ ਇਸ ਲਾਈਨ ਔਰ ਇਸ ਲਾਈਨ ਦੇ ਵਿੱਚ ਵੀ ਚੈੱਕ ਕਰਾਂਗੇ ਕਿ ਇੱਥੋਂ ਤਾਂ ਕੋਈ ਆਨਸਰ ਨਹੀਂ ਹੈਗਾ। Now next, when the New York Times, for example, ran a story about the district's alternative route program, 2,100 applications flooded in over the next 6 weeks. ਸੋ ਆਪਾਂ ਫਸਟ ਗੱਲ ਕਰ ਰਹੇ ਹਾਂ ਕਿ ਵਰਡ ਆਫ ਮਾਊਥ ਦੀ ਇੱਥੇ ਗੱਲ ਹੋ ਰਹੀ ਹੈ ਕਿ ਇਹ ਜੇ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਸੋ ਐਡਵਰਟੀਜ਼ਮੈਂਟ ਦਾ ਜਿਹੜਾ ਮੋਸਟ ਇਫੈਕਟਿਵ ਹੈਗਾ ਉਹ ਵਰਡ ਆਫ ਮਾਊਥ ਹੈ, ਐਜ਼ ਕੰਪੇਅਰ ਟੂ ਤੁਸੀਂ ਐਡਵਰਟਾਈਜ਼ਮੈਂਟ ਕਰ ਰਹੇ ਹੋ ਥਰੂ, ਮਤਲਬ ਤੁਸੀਂ ਕਿਸੇ ਪੋਸਟਰਸ ਦੇ ਥਰੂ ਕਰ ਰਹੇ ਹੋ ਜਾਂ ਵੈਸੇ ਤੁਸੀਂ ਕਿਸੇ ਲੋਕਲ ਐਪ ਦੇ ਥਰੂ ਕਰ ਰਹੇ ਹੋ, ਤਾਂ ਉਸ ਦੇ ਕੰਪੈਰੇਟਿਵ ਜਿਹੜਾ ਵਰਡ ਆਫ ਮਾਊਥ ਹੈ ਇਜ਼ ਦੀ ਮੋਸਟ ਇਫੈਕਟਿਵ ਰਿਕਰੂਟਮੈਂਟ ਟੂਲ ਫॉर ਐਨੀ ਓਲਡ ਆਰਗੇਨਾਈਜੇਸ਼ਨ। ਸੋ ਆਪਾਂ ਫਸਟ ਬਲੈਂਕ ਦੀ ਗੱਲ ਕਰਦੇ ਹਾਂ। ਮੋਰ ਓਵਰ ਸੈਟਿਸਫਾਈਡ ਕੈਂਡੀਡੇਟਸ ਐਂਡ ਸਕੂਲ ਸਿਸਟਮ ਆਰ ਲਾਈਕਲੀ ਟੂ ਡੈਸ਼। ਸੋ ਟੂ ਦੇ ਨਾਲ ਕੀ ਆਏਗਾ, ਫਸਟ ਫਾਰਮ ਆਫ ਵਰਬ। ਸੋ ਇੱਥੇ ਹੈਗਾ ਸਪਰੈਡ, ਡੀਪਨ, ਅਨਫੋਲਡ ਐਂਡ ਸਪਲੇ। ਅਨਫੋਲਡ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਅਨਫੋਲਡ ਕੀਤਾ, ਔਰ ਡੀਪਨ ਹੁੰਦਾ ਹੈ ਕਿੰਨੀ ਗਹਿਰਾਈ ਤੱਕ ਹੈਗਾ। ਉਸ ਤੋਂ ਬਾਅਦ ਹੋ ਗਿਆ ਸਪਲੇ ਨਹੀਂ ਇੱਥੇ ਮਤਲਬ ਤੁਹਾਡਾ ਫਿਟ ਹੋਏਗਾ, ਕਿਉਂਕਿ ਸਪਲੇ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸੇ ਗਲਤ ਤਰੀਕੇ ਨਾਲ ਸਪਰੈਡ ਕਰ ਰਹੇ ਹੋ। ਸਪਲੇ ਇਜ਼ ਸਮਵਟ ਸਿਮਿਲਰ ਟੂ ਸਪਰੈਡ ਹੁੰਦਾ ਕਿ ਤੁਸੀਂ ਜਸਟ ਕਿਸੇ ਚੀਜ਼ ਨੂੰ ਦੱਸਿਆ, ਮਤਲਬ ਸਪਰੈਡ ਕੀਤਾ, ਬਟ ਸਪਲੇ ਹੁੰਦਾ ਕਿ ਤੁਸੀਂ ਕਿਸੇ ਗਲਤ ਵੇ ਨਾਲ ਸਪਰੈਡ ਕੀਤਾ। ਸੋ ਟੂ ਸਪਰੈਡ ਦੀ ਵਰਡ ਵਿਦਾਊਟ ਐਨੀ ਸਪੈਸ਼ਲ ਡੈਸ਼ ਔਨ ਦਾ ਪਾਰਟ ਆਫ ਦੇਅਰ ਪ੍ਰੋਗਰਾਮ। ਸੋ ਇੱਥੇ ਸਾਡੇ ਕੋਲ ਗੱਲ ਹੋ ਰਹੀ ਹੈ ਦੀ ਵਰਡ ਵਿਦਾਊਟ ਐਨੀ ਸਪੈਸ਼ਲ ਇਫੈਕਟ ਔਨ ਦਾ ਪਾਰਟ ਆਫ ਦੇਅਰ ਪ੍ਰੋਗਰਾਮ, errant ਜਾਂ ਐਫਰਟ ਜਾਂ ਇਮੋਸ਼ਨ। ਸੋ ਦੀ ਵਰਡ ਵਿਦਾਊਟ ਐਨੀ ਸਪੈਸ਼ਲ ਐਫਰਟ ਮੀਨਸ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਤੁਸੀਂ ਸਪਰੈਡ ਕਰ ਰਹੇ ਹੋ ਤਾਂ ਜਿਹੜਾ ਵਰਡ ਆਫ ਮਾਊਥ ਹੈ ਉਹਦੇ ਵਾਸਤੇ ਤੁਹਾਨੂੰ ਕੁਝ ਸਪੈਸ਼ਲਸ ਐਫਰਟ ਨਹੀਂ ਲਾਉਣੇ ਪੈਂਦੇ, ਇਫੈਕਟ ਨਹੀਂ ਹੋਏਗਾ, ਕਿਉਂਕਿ ਆਪਾਂ ਇੱਥੇ ਮਤਲਬ ਸਪਰੈਡ ਦੀ ਗੱਲ ਕਰ ਰਹੇ ਹੋ। ਸੋ ਇੱਥੇ ਆਪਾਂ ਜਿਹੜਾ ਯੂਜ਼ ਹੋਏਗਾ ਉਹ ਐਫਰਟ ਹੀ ਯੂਜ਼ ਹੋਏਗਾ, ਕਿਉਂਕਿ ਇਮੋਸ਼ਨਸ ਤਾਂ ਸਾਡੇ ਕੋਲ ਜਦੋਂ ਤੁਸੀਂ ਇਲੀਮੀਨੇਸ਼ਨ ਸਟ੍ਰੈਟਜੀ ਦੀ ਗੱਲ ਕਰ ਰਹੇ ਹੋ, ਸੋ ਇਮੋਸ਼ਨ ਤਾਂ ਉਸ ਟਾਈਮ ਹੀ ਤੁਸੀਂ ਉਹਨੂੰ ਮਤਲਬ ਇਲੀਮੀਨੇਟ ਕਰ ਸਕਦੇ ਹੋ। ਸੈਕਿੰਡ ਜਿਹੜਾ errand ਹੋ ਗਿਆ, errand ਦਾ ਮਤਲਬ ਹੁੰਦਾ ਕਿ ਇਟ ਰਿਪਰੈਜ਼ੈਂਟ ਦੀ ਸਮੋਲੈਸਟ ਪਾਰਟ ਆਫ ਯੂਰ ਜਰਨੀ। ਸੋ errand ਕੈਨ ਨਾਟ ਬੀ ਦੀ ਕਰੈਕਟ ਆਪਸ਼ਨ, ਦੀ ਆਪਸ਼ਨਸ ਆਰ ਇਫੈਕਟ ਐਂਡ ਐਫਰਟ, ਬਟ ਆਪਾਂ ਇੱਥੇ ਸਪਰੈਡ ਦੀ ਗੱਲ ਕਰ ਰਹੀ ਹੈ, ਸੋ ਵੀ ਵਿਲ ਯੂਜ਼ without any special effort on the part of their program.
Other less personal advertising approaches such as radio and television spots and local newspaper advertisements mean ਜਿਹੜੇ ਹੋਰ ਤੁਹਾਡੀਆਂ ਤੁਸੀਂ ਕੋਈ ਆਪਣਾ ਪ੍ਰੋਗਰਾਮ ਸਟਾਰਟ ਕੀਤਾ ਹੈ ਤਾਂ ਉਸ ਦੇ ਵਿੱਚ ਵੀ ਤੁਸੀਂ ਮਤਲਬ ਜਿਹੜੀ ਆ ਰੇਡੀਓ ਐਂਡ ਟੈਲੀਵਿਜ਼ਨ ਦੇ ਥਰੂ ਵੀ ਐਡਵਰਟੀਜ਼ਮੈਂਟਸ ਕਰ ਸਕਦੇ ਹੋ ਮੀਨਸ ਉਹ ਵੀ ਫਰੂਟਫੁਲ ਪ੍ਰੂਵ ਹੁੰਦੀਆਂ ਨੇ ਮਤਲਬ ਫਰੂਟਫੁਲ ਕਿਹਦੇ ਵਾਸਤੇ ਪ੍ਰੂਵ ਹੁੰਦੀਆਂ ਨੇ ਰੀਅਰਲੀ ਤਾਂ ਨਹੀਂ ਆਏਗਾ ਰੀਅਰਲੀ ਹੁੰਦਾ ਕਦੇ ਕਦੇ ਟੋਟਲੀ ਵੀ ਨਹੀਂ ਆਏਗਾ ਸਪੈਸ਼ਲੀ ਕੈਨ ਬੀ ਦੀ ਕਰੈਕਟ ਆਪਸ਼ਨ ਜਾਂ ਫਿਰ ਲਾਈਕਲੀ ਹੁੰਦਾ ਕਿ ਕੁਝ ਹੱਦ ਤੱਕ ਸੋ ਆਪਾਂ ਫਿਲ ਕਰਾਂਗੇ ਸਪੈਸ਼ਲੀ ਫॉर ਨਿਊਅਰ ਪ੍ਰੋਗਰਾਮਸ New York uses a print advertising campaign to inspire dissatisfied professionals to become teachers. Survey posters and provocative. Now ਇੱਥੇ ਸਾਡੇ ਕੋਲ options ਨੇ telling, warning, messages and stories. So ਆਪਾਂ ਇੱਥੇ ਗੱਲ ਕਰ ਰਹੇ ਹਾਂ posters. ਤਾਂ posters ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਕੋਈ ਮੈਸੇਜ ਹੀ ਕਨਵੇ ਕਰਦੇ ਹਾਂ ਆਪਾਂ ਸਟੋਰੀਜ਼ ਜਿਹੜੀਆਂ ਆ ਉਹ ਪੋਸਟਰਸ ਦੇ ਥਰੂ ਨਹੀਂ ਦੱਸਾਂਗੇ ਕਦੇ ਵੀ ਸੋ ਵਾਰਨਿੰਗ ਵੀ ਨਹੀਂ ਆਏਗਾ ਟੈਲਿੰਗ ਵੀ ਨਹੀਂ ਆਏਗਾ ਸੋ ਮੈਸੇजेस ਕੈਨ ਬੀ ਦੀ ਕਰੈਕਟ ਆਪਸ਼ਨ Next ਹੈਗਾ tired of diminishing returns invest in advice was just one of many Madison Avenue inspired invitations news coverage has also proven to be a dash to alternative programs so boon be the correct option ਕਿਉਂਕਿ ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਜਿਹੜਾ ਫੇਸਿਟ ਹੈ ਫੇਸਿਟ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਤੁਹਾਡੇ ਡਿਫਰੈਂਟ ਫੇਸਿਸ ਨੇ ਉਹਦੇ ਵਨ ਫੇਸ ਨੂੰ ਆਪਾਂ ਫੇਸਿਟ ਕਹਿੰਦੇ ਹਾਂ ਜਾਂ ਕਿਸੇ ਚੀਜ਼ ਦੇ ਸ਼ਾਈਨ ਕਰਨ ਨੂੰ ਵੀ ਆਪਾਂ ਫੇਸਿਟ ਕਹਿੰਦੇ ਹਾਂ ਚਾਰਜ ਨਹੀਂ ਹੋ ਸਕਦਾ ਕੈਨ ਬੀ ਅ ਚਾਰਜ ਤੇ ਬਰਡਨ ਵੀ ਨਹੀਂ ਹੋਏਗਾ ਸੋ ਬੂਨ ਤੁਹਾਡੇ ਕੋਲ ਜਿਹੜਾ ਆਪਸ਼ਨ ਹੈ ਉਹ ਕਰੈਕਟ ਹੋ ਸਕਦਾ ਹੈ ਸੋ ਆਪਾਂ ਆਨਸਰ ਚੈੱਕ ਕਰਦੇ ਹਾਂ ਸੋ ਇਹ ਆਨਸਰ ਨੇ ਸਪਰੈਡ ਐਫਰਟ ਔਨ ਦੀ ਪਾਰਟ ਆਫ ਦੇਅਰ ਪ੍ਰੋਗਰਾਮ ਸਪੈਸ਼ਲੀ ਮੈਸੇजेस ਐਂਡ ਬੂਨ ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕਿਸੇ ਟੌਪਿਕ ਦੇ ਵਿੱਚ ਕੋਈ ਆ ਰਹੀ ਹੈ ਸਪੈਸ਼ਲੀ ਜਿਵੇਂ ਰੀਡਿੰਗ ਸੈਕਸ਼ਨ ਹੋ ਗਿਆ ਜਾਂ ਤੁਹਾਨੂੰ ਲਿਸਨਿੰਗ ਸੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜਾਂ ਤੁਹਾਨੂੰ ਆਨਲਾਈਨ ਆਫਲਾਈਨ ਕਲਾਸਿਸ ਦੀ ਜ਼ਰੂਰਤ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਪਣੀ ਕੁਐਰੀਜ਼ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਤੇ ਹਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ then please subscribe to my channel and please don't forget to like and share these videos as much as you can. Thank you.